ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਸਕਾਈ ਸ਼ੇਰਗਿੱਲ ਤੇ ਅੱਜ ਦੀ ਇਹ ਮੈਂ ਵੀਡੀਓ ਫੋਕਸ ਕਰ ਰਹੀ ਹਾਂ ਰੈਜ਼ੂਮੇ ਬਿਲਡਿੰਗ ਦੇ ਉੱਤੇ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਜੌਬ ਅਪਲਾਈ ਕਰਦੇ ਹਾਂ ਤਾਂ ਰੈਜ਼ੂਮੇ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਚਾਹੇ ਅਸੀਂ ਰੈਜ਼ੂਮੇ ਆਨਲਾਈਨ ਅਪਲਾਈ ਕਰਕੇ ਯੂਜ਼ ਕਰ ਰਹੇ ਹਾਂ, ਚਾਹੇ ਅਸੀਂ ਫਿਜ਼ੀਕਲੀ ਕਿਤੇ ਜਾ ਕੇ ਆਪਣਾ ਰੈਜ਼ੂਮੇ ਛੱਡ ਕੇ ਆਉਂਦੇ ਹਾਂ, ਉਸ ਕੇਸ ਦੇ ਵਿੱਚ ਵੀ ਰੈਜ਼ੂਮੇ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੁੰਦਾ ਹੈ ਇਨ ਆਰਡਰ ਫॉर ਦੀ ਅਦਰ ਪਰਸਨ ਟੂ ਡਿਸਾਈਡ ਕਿ ਉਹ ਸਾਨੂੰ ਕੰਸੀਡਰ ਕਰਨਾ ਚਾਹੁੰਦੇ ਨੇ ਜੌਬ ਦੇ ਲਈ ਜਾਂ ਨਹੀਂ। ਸੋ ਇਸ ਕਰਕੇ ਮੈਂ ਆਪਣੇ ਐਕਸਪੀਰੀਅੰਸ ਦੇ ਮੁਤਾਬਿਕ ਤੁਹਾਡੇ ਨਾਲ ਕੁਝ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਾਂਗੀ ਜੋ ਕਿ ਤੁਹਾਨੂੰ ਡੈਫੀਨੇਟਲੀ ਹੈਲਪ ਕਰਨਗੀਆਂ ਇਨ ਆਰਡਰ ਟੂ ਅੰਡਰਸਟੈਂਡ कि what needs to be done and what needs to be removed out of your resume in order to make sure that you are standing out from the candidate list. So let's get started. First thing first, resume length. Resume ਦੀ length ਕਿੰਨੀ ਹੋਣੀ ਚਾਹੀਦੀ ਹੈ? Based on my experience, honestly, ਮੈਂ ਉਹ resume ਵੀ ਦੇਖੇ ਨੇ ਜਿਹੜੇ ਕਿ 7 pages ਦੇ ਵਿੱਚ ਹੁੰਦੇ ਨੇ, like 7 pages long resume, which is a big no-no. Like, don't do that. Reason why? Because ਇੱਕ resume ਨੂੰ ਪੜ੍ਹਨ ਲਈ, ਸਕੈਨ ਕਰਨ ਲਈ, ਇਹ ਸਮਝਣ ਲਈ ਕਿ ਉਹ ਅੱਗੇ ਸ਼ਾਰਟਲਿਸਟ ਹੋਏਗਾ ਪ੍ਰੀ ਸਕਰੀਨਿੰਗ ਲਈ ਜਾਂ ਨਹੀਂ, 10 ਤੋਂ 15 ਸੈਕਿੰਡ ਹੀ ਸਪੈਂਡ ਕੀਤੇ ਜਾਂਦੇ ਨੇ। ਇਨ ਅਦਰ ਵਰਡਸ, ਕੋਈ ਵੀ ਇੰਪਲੋਇਰ, ਕੋਈ ਵੀ ਰਿਕਰੂਟਰ ਜਿਹੜਾ ਤੁਹਾਡਾ resume ਦੇਖ ਰਿਹਾ, ਤੁਹਾਨੂੰ ਅਗਲੇ ਸਟੈਪ 'ਚ ਕੰਸੀਡਰ ਕਰਨ ਲਈ ਦੇ ਆਰ ਜਸਟ ਸਪੈਂਡਿੰਗ ਦੈਟ 10-15 seconds in order to decide that, in order to make that decision. So 10-15 ਸਕਿੰਟ ਜੇ ਅਗਰ ਐਵਰੇਜ ਸਪੈਂਡ ਹੋ ਰਹੇ ਨੇ ਰੈਜ਼ੂਮੇ ਰੀਡ ਕਰਨ ਲਈ, ਯੂ ਵਾਂਟ ਟੂ ਮੇਕ ਸ਼ੋਰ ਦੈਟ ਇਟਸ ਨਾਟ ਲੈਂਦੀ ਇਨਫ, ਰਾਈਟ? ਕਿਉਂਕਿ ਅਗਲਾ ਤੁਹਾਡਾ ਰੈਜ਼ੂਮੇ ਖੋਲੇ ਤੇ 4 ਪੇਜਸ ਲੰਬਾ, 5 ਪੇਜਸ ਲੰਬਾ, ਉਹਦੇ ਦਿਮਾਗ 'ਚ ਇਹ ਆਊਗਾ ਕਿ ਯਾਰ ਆਮ ਜਸਟ ਗੋਣਾ ਵੇਸਟ ਮਾਈ ਟਾਈਮ, right? Why I have to like go through all these like details? Rather, let's skip it, right? So ਇਸ ਕਰਕੇ ਹਮੇਸ਼ਾ ਇੰਸ਼ੋਰ ਕਰਨਾ ਕਿ ਜਿਹੜਾ ਤੁਹਾਡਾ ਰੈਜ਼ੂਮੇ ਹੈ ਇਟਸ ਇਨ ਅ ਗੁੱਡ length, which has to be between 1 to 2 pages. 2 pages again is the max depending on your experience, skill set and other certifications. Otherwise make sure karo ki 1 to 1.5 page de vich thoda resume complete ho jaye. Now before we start, ਮੈਂ ਇਹ ਚਾਹੁੰਦੀ ਹਾਂ ਕਿ ਕੀ ਕਹਿੰਦੇ ਨੇ, ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਮੂਵੀ ਦਾ ਕੀ ਕਹਿੰਦੇ ਨੇ ਪੋਸਟਰ ਆਪਣੇ ਦਿਮਾਗ 'ਚ ਲੈ ਕੇ ਆਓ। ਲੈਟਸ ਸੇ ਕੋਈ ਵੀ ਤੁਹਾਡੀ ਫੇਵਰੇਟ ਮੂਵੀ ਪਾਸਟ ਵਿੱਚ ਜਿਹੜੀ ਰਿਲੀਜ਼ ਹੋਈ ਹੋਵੇ ਤੇ ਉਹਦੇ ਰਿਲੀਜ਼ ਹੋਣ ਤੋਂ ਪਹਿਲਾਂ ਆਬਵੀਅਸਲੀ ਉਹਦਾ ਪੋਸਟਰ ਰਿਲੀਜ਼ ਹੁੰਦਾ ਹੈ, ਰਾਈਟ? ਸੋ ਜਦੋਂ ਉਸਦਾ ਪੋਸਟਰ ਰਿਲੀਜ਼ ਹੋਇਆ ਸੀਗਾ, ਵਾਟ ਕਾਈਂਡ ਆਫ ਕਿਉਰਿਓਸਿਟੀ, ਵਾਟ ਕਾਈਂਡ ਆਫ ਐਕਸਾਈਟਮੈਂਟ ਕਮਸ ਟੂ ਯਰ ਮਾਈਂਡ? ਤੇ ਅਗਰ ਮੈਂ ਲਾਈਕ ਕਿਸੇ ਵੀ ਮੂਵੀ ਦਾ ਪੋਸਟਰ ਦੇਖ ਰਹੀ ਹਾਂ, ਡੈਫੀਨੇਟਲੀ ਮੂਵੀ ਦਾ ਨਾਮ, ਰਾਈਟ, ਤੇ ਉਸ 'ਚ ਕਿਸ ਐਕਟਰ ਜਾਂ ਐਕਟਰੈਸ ਨੇ ਕੰਮ ਕੀਤਾ ਹੈ, ਮੂਵੀ ਕਿਹਨੇ ਡਾਇਰੈਕਟ ਤੇ ਪ੍ਰੋਡਿਊਸ ਕੀਤੀ ਹੈ, ਤੇ ਮੂਵੀ ਦਾ ਥੀਮ ਕੀ ਹੈ, ਇਜ਼ ਇਟ ਅ ਹੌਰਰ, ਇਜ਼ ਇਟ ਅ ਕਾਮੇਡੀ, ਔਰ ਇਜ਼ ਇਟ ਅ ਪੀਰੀਓਡਿਕ ਮੂਵੀ, ਰਾਈਟ? ਸੋ reason why I'm bringing up poster wala concept is that your resume is almost equivalent to a movie's poster. ਸੋ ਜਦੋਂ ਆਪਾਂ ਕਿਸੇ ਮੂਵੀ ਦਾ ਪੋਸਟਰ ਦੇਖਦੇ ਹਾਂ, ਆਪਾਂ ਨੂੰ ਇੱਕ ਐਕਸਾਈਟਮੈਂਟ ਆ ਜਾਂਦੀ ਹੈ, ਕਿਉਰਿਓਸਿਟੀ ਆ ਜਾਂਦੀ ਹੈ ਕਿ ਮੂਵੀ ਕਦੋਂ ਰਿਲੀਜ਼ ਹੋ ਰਹੀ ਹੈ, ਰਾਈਟ? ਐਂਡ ਆਈ ਰੀਲੀ ਵਾਂਟ ਟੂ ਵਾਚ ਇਟ, ਹਾਊ ਡਜ਼ ਦੈਟ ਗੋ, ਵਾਟ ਇਜ਼ ਦ ਮੂਵੀ ਆਲ ਅਬਾਊਟ? ਠੀਕ ਉਸੇ ਤਰੀਕੇ ਜਿਹੜਾ ਤੁਹਾਡਾ ਰੈਜ਼ੂਮੇ ਹੈ ਨਾ, ਇਹ ਵੀ ਇੱਕ ਕਿਉਰਿਓਸਿਟੀ ਤੇ ਇੱਕ ਐਕਸਾਈਟਮੈਂਟ ਬਿਲਡ ਕਰਨੀ ਚਾਹੀਦੀ ਹੈ ਸਾਹਮਣੇ ਵਾਲੇ ਦੇ ਕੀ ਕਹਿੰਦੇ ਨੇ ਜ਼ਿਹਨ 'ਚ ਕਿ ਹਾਂ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ, ਉਹ ਤੁਹਾਨੂੰ ਕੰਸੀਡਰ ਕਰਨਾ ਚਾਹੁੰਦਾ ਆਪਣੀ ਜੌਬ ਦੇ ਲਈ। ਤੋ ਉਹ ਕਿਉਰਿਓਸਿਟੀ, ਉਹ ਐਕਸਾਈਟਮੈਂਟ ਆਪਾਂ ਕਿੱਦਾਂ ਬਿਲਡ ਕਰਨੀ ਹੈ? ਲੈਟਸ ਡਿਗ ਡੀਪ ਇਨਟੂ ਦੈਟ ਨਾਓ। ਗੋਇੰਗ ਬੈਕ ਟੂ ਦ ਕਨਸੈਪਟ ਆਫ ਦ ਪੋਸਟਰ। ਸੋ ਜਦੋਂ ਪੋਸਟਰ ਕਿਸੇ ਮੂਵੀ ਦਾ ਰਿਲੀਜ਼ ਹੁੰਦਾ, ਉਹਦੇ ਉੱਤੇ ਜਿਹੜੀ ਮੂਵੀ ਦਾ ਨਾਮ ਹੁੰਦਾ, ਓਬਵੀਅਸਲੀ ਉਹ ਬਹੁਤ ਬੋਲਡ ਹੈਡਿੰਗਸ 'ਚ ਹੁੰਦਾ, ਰਾਈਟ? ਐਂਡ ਦੈਨ ਜਿਹੜਾ ਮੂਵੀ ਦਾ ਸਟਾਰ ਕਾਸਟ ਹੁੰਦਾ, ਮੇਨ ਲੀਡ 'ਚ ਹੁੰਦਾ, ਚਾਹੇ ਉਹ ਐਕਟਰ ਹੈ ਚਾਹੇ ਉਹ ਐਕਟਰੈਸ ਹੈ, ਅਗੇਨ ਉਹਨਾਂ ਦਾ ਨਾਮ ਥੋੜਾ ਜਿਹਾ ਲਾਈਕ ਘੱਟ ਬੋਲਡ ਹੁੰਦਾ, ਬਟ ਅਗੇਨ ਇਟਸ ਹਾਈਲਾਈਟਡ ਇਨਫ ਸੋ ਦੈਟ ਇਟ ਕੈਚਸ ਦੀ ਅਟੈਂਸ਼ਨ ਆਫ ਦੀ ਆਡੀਅੰਸ। ਠੀਕ ਉਸੇ ਤਰੀਕੇ ਨਾਲ ਜਦੋਂ ਤੁਸੀਂ ਆਪਣਾ ਰੈਜ਼ੂਮੇ ਬਿਲਡ ਕਰ ਰਹੇ ਹੋ, ਯੂ ਆਲਵੇਜ਼ ਵਾਂਟ ਟੂ ਮੇਕ ਸ਼ੋਰ ਕਿ ਜਿਹੜਾ ਤੁਹਾਡਾ ਰੈਜ਼ੂਮੇ ਦੇ ਉੱਤੇ ਤੁਹਾਡਾ ਨਾਮ ਹੈ, ਰਾਈਟ, ਇਟ ਇਜ਼ ਬੋਲਡ ਐਂਡ ਹਾਈਲਾਈਟਡ ਇਨਫ ਕਿ ਜਿੱਦਾਂ ਹੀ ਬੰਦਾ ਤੁਹਾਡਾ ਰੈਜ਼ੂਮੇ ਖੋਲੇ ਐਂਡ ਇਫ ਦੇ ਆਰ ਇੰਟਰਸਟਡ ਇਨ ਯੂ, ਦੇ ਹੈਵ ਯੋਰ ਨੇਮ ਸਟਕ ਇਨ ਟੂ ਦੇਅਰ ਹੈਡ। ਆਈ ਐਮ ਨਾਟ ਸੇਇੰਗ ਕਿ ਰਾਟੀ ਜਾਵੇ, ਰਾਈਟ, ਜਾਂ ਫਿਰ ਸਿੱਧਾ ਆ ਕੇ ਮੂੰਹ ਤੇ ਵੱਜੇ, ਇੰਨਾ ਵੀ ਨਹੀਂ, ਬਟ ਓਬਵੀਅਸਲੀ ਲਾਈਕ ਜਿਹੜਾ ਤੁਹਾਡਾ ਰੈਜ਼ੂਮੇ ਦੀ ਪੂਰੇ ਰੈਜ਼ੂਮੇ ਦੀ ਨਾਰਮਲ ਫੋਰਮੈਟ ਹੈ, ਉਸ ਤੋਂ ਥੋੜਾ ਵੱਡਾ ਹੋਣਾ ਚਾਹੀਦਾ। ਇਟ ਸ਼ੁੱਡ ਗੈਟ ਹਾਈਲਾਈਟਡ, ਰਾਈਟ? Next thing you want to focus on is the heading, which most of the candidates are missing out there. Heading ਕੀ ਚੀਜ਼ ਹੈ? Heading 3 ਤੋਂ 4 titles ਨੇ ਜਾਂ keywords ਨੇ which would be actually speaking briefly ਕਿ what is your experience about, what is your profile about. ਸੇਮ ਚੀਜ਼ ਅਗਰ ਪੋਸਟਰ ਤੇ ਜਾਓਗੇ, ਜਦੋਂ ਆਪਾਂ ਕਿਸੇ ਐਕਟਰ ਜਾਂ ਐਕਟਰੈਸ ਦਾ ਨਾਮ ਉੱਥੇ ਦੇਖਦੇ ਹਾਂ,
we get to know ਕਿ ਉਹਨਾਂ ਨੇ ਪਾਸਟ ਕਿਹੋ ਜਿਹਾ ਕੰਮ ਕੀਤਾ, ਕਿਹੋ ਜਿਹੀਆਂ ਮੂਵੀਜ਼ ਕੀਤੀਆਂ, ਕਿੰਨੀਆਂ ਮੂਵੀਜ਼ ਉਹਨਾਂ ਦੀ ਸਕਸੈਸਫੁਲ ਗਈਆਂ ਨੇ, ਰਾਈਟ? ਸੇਮ ਥਿੰਗ, ਲਾਈਕ ਆਪਣੇ ਦਿਮਾਗ 'ਚ ਇੱਕ ਇੰਪ੍ਰੈਸ਼ਨ ਬਣ ਜਾਂਦਾ ਨਾ, ਉਹੀ ਸੇਮ ਚੀਜ਼ ਤੁਹਾਡੇ ਰੈਜ਼ੂਮੇ ਦੇ ਵਿੱਚ ਹੈਡਿੰਗਸ ਰੋਲ ਪਲੇ ਕਰਦੀਆਂ ਨੇ। ਦ ਮੋਮੈਂਟ ਦੇ ਗੈਟ ਟੂ ਸੀ ਦੈਟ ਕਿ ਅੱਛਾ ਇਹਨੇ ਇਹ ਕੀਤਾ ਆ, ਆਪਰੇਸ਼ਨਸ ਕੀਤੀ ਹੈ, ਮੈਨੇਜਮੈਂਟ ਕੀਤੀ ਹੈ, ਸੇਲਸ ਕੀਤੀ ਹੈ, that person would know that what this resume will entail to now, right? ਇਸ ਕਰਕੇ heading ਬਹੁਤ ਜ਼ਿਆਦਾ ਜ਼ਰੂਰੀ। The next thing, location and contact information. A lot of candidates again mess up here. Location, ਜੇਕਰ ਤੁਸੀਂ ਕਿਸੇ specific location ਨੂੰ target ਕਰ ਰਹੇ ਹੋ, make sure you're always highlighting that on your resume. ਕਈ ਵਾਰੀ ਕੀ ਹੁੰਦਾ ਹੈ ਕਿ ਬੱਚਾ ਕੀ ਕਹਿੰਦੇ student ਜੋ ਹੈਗਾ ਜਾਂ ਫਿਰ candidate ਜੋ ਹੈਗਾ, they guys are sitting in Toronto and they're chasing or targeting Calgary market, or someone sitting in Calgary is chasing BC market ਜਾਂ Vancouver region ਨੂੰ, right? And you are not highlighting there. ਤੁਸੀਂ ਲਿਖ ਹੀ ਨਹੀਂ ਰਹੇ ਹੋ ਕਿ ਤੁਹਾਡਾ ਕਰੰਟ ਲੋਕੇਸ਼ਨ ਕੀ ਹੈ, ਤੁਸੀਂ ਕਿਸ ਲੋਕੇਸ਼ਨ ਨੂੰ ਟਾਰਗੇਟ ਕਰ ਰਹੇ ਹੋ। ਇਫ ਦੈਟ ਇਜ਼ ਨਾਟ ਗੈਟਿੰਗ ਹਾਈਲਾਈਟਡ, ਅਗੇਨ ਯੂ ਆਰ ਮਿਸਿੰਗ ਦ ਚਾਂਸ, ਰਾਈਟ? ਜਾਂ ਫਿਰ ਜੇ ਤੁਸੀਂ ਲਿਖ ਵੀ ਨਹੀਂ ਰਹੇ ਹੋ ਤਾਂ ਵੀ ਤੁਸੀਂ ਇੱਕ ਬਹੁਤ ਵੱਡੀ ਕੀ ਕਹਿੰਦੇ ਨੇ ਓਪਰਚੁਨਿਟੀ ਮਿਸ ਕਰ ਰਹੇ ਹੋ ਸਾਹਮਣੇ ਵਾਲੇ ਨੂੰ ਇਹ ਸਮਝਣ ਲਈ ਕਿ ਤੁਹਾਡੀ ਲੋਕੇਸ਼ਨ ਕੀ ਹੈ। ਬਿਕਾਜ਼ ਓਨੈਸਟਲੀ ਅੱਜ ਦੇ ਟਾਈਮ 'ਚ ਲੋਕੇਸ਼ਨ ਡਜ਼ ਮੈਟਰ ਅ ਲੋਟ। ਆਈ ਨੋ ਰਿਮੋਟ ਵਰਕ ਇਜ਼ ਦੇਅਰ, ਬਟ of course a lot of companies are still targeting ਕਿ ਉਹ ਇੱਦਾਂ ਦੇ ਰੀਜਨ 'ਚੋਂ ਬੰਦੇ ਨੂੰ ਹਾਇਰ ਕਰਨ that if they go hybrid or if they want to get this person into the facilities or into the office, they are still in the commutable region, right? ਇਸ ਕਰਕੇ ਲੋਕੇਸ਼ਨ ਬਹੁਤ ਮੈਟਰ ਕਰਦੀ ਹੈ। ਸੋ ਲੋਕੇਸ਼ਨ ਹਾਈਲਾਈਟ ਕਰੋ। ਔਰ ਇਹਨਾਂ ਰਿਕਰੂਟਰਸ ਕੋਲ, ਇੰਪਲੋਇਰਸ ਕੋਲ ਕਈ ਵਾਰ ਇੰਨਾ ਟਾਈਮ ਨਹੀਂ ਹੁੰਦਾ that if your location is not there, they'll call you and figure out where you are. No, unless and until, yes, of course, ਜੇ ਤੁਹਾਡਾ resume ਜਾਂ ਤੁਹਾਡਾ experience ਬਹੁਤ ਹੀ ਜ਼ਿਆਦਾ ਕਮਾਲ ਹੈ, you're checking off all the boxes, ਹਨਾ, then they might spend that extra time. But trust me, most of the cases they don't want to do that, right? ਕੌਣ call ਕਰੂਗਾ ਤੇ ਇੱਕ location ਪੁੱਛੇ? No. When they're calling you, they're making sure they're calling you for the pre-screening only, not to confirm your location. So make sure your location is always accurate. ਨੰਬਰ 2, ਕੰਟੈਕਟ ਇਨਫੋਰਮੇਸ਼ਨ 'ਚ ਤੁਹਾਡਾ ਫੋਨ ਨੰਬਰ। ਕਈ ਵਾਰੀ ਕੀ ਹੁੰਦਾ ਕਿ ਅਸੀਂ ਨੰਬਰ ਚੇਂਜ ਕਰ ਲੈਂਦੇ ਹਾਂ, ਰਾਈਟ? ਤੇ ਅਸੀਂ ਆਪਣਾ ਜਿਹੜਾ ਐਕਟਿਵ ਨੰਬਰ ਹੈ, ਜਿਹੜਾ ਕਿ ਕਰੰਟ ਨੰਬਰ ਹੈ, ਕੰਟੈਕਟ ਇਨਫੋਰਮੇਸ਼ਨ ਹੈ, ਉਹ ਅਸੀਂ ਅਪਡੇਟ ਕਰਨਾ ਭੁੱਲ ਜਾਂਦੇ ਹਾਂ। ਦੈਟ ਇਜ਼ ਅਗੇਨ ਸਮਥਿੰਗ ਹੈਜ਼ ਹੈਪਨਡ, ਰਾਈਟ? ਬੇਸਡ ਔਨ ਮਾਈ ਐਕਸਪੀਰੀਅੰਸ ਕਿ ਮੈਂ ਕੈਂਡੀਡੇਟ ਨੂੰ ਕਾਲ ਕਰ ਰਹੀ ਹਾਂ ਐਂਡ ਦੇਅਰ ਨੰਬਰ ਵਿਚ ਆਈ ਐਮ ਡਾਇਲਿੰਗ ਇਜ਼ ਐਕਚੁਅਲੀ ਨਾਟ ਇਵਨ ਇਨ ਸਰਵਿਸ, ਤੇ ਉਹ ਲੱਗ ਹੀ ਨਹੀਂ ਰਿਹਾ, ਰਾਈਟ? And guess what? He lost the chance to talk to me, right? He lost the chance to even get considered for the job. So is karke you want to make sure ਕਿ ਤੁਹਾਡਾ ਜਿਹੜਾ ਨੰਬਰ ਰੈਜ਼ੂਮੇ ਤੇ ਹੈਗਾ ਉਹ ਐਕਟਿਵ ਹੈ, ਉਹ ਵੈਲਿਡ ਹੈ, and that is something which is always with you and more chances of you answering the phone when you're being called. Now, after this part, most of the resumes ਹਲੇ ਵੀ objective ਤੇ future goals ਲਿਖੇ ਹੁੰਦੇ ਨੇ। Don't do that. That's not a thing anymore, guys. ਉਹਨੂੰ ਹਟਾ ਦਿਓ। ਕੋਈ ਤੁਹਾਡੇ ਰੈਜ਼ੂਮੇ ਤੋਂ ਨਹੀਂ ਜਾਣਨਾ ਚਾਹੁੰਦਾ ਕਿ ਤੁਹਾਡਾ ਫਿਊਚਰ ਗੋਲ ਕੀ ਹੈ, ਤੁਹਾਡਾ ਆਬਜੈਕਟਿਵ ਕੀ ਹੈ। That's now old school thing. I don't even know where did that idea come from. But currently, what they want to see is a professional summary, right? Instead of writing your objective, make sure you're writing your professional summary. Professional summary 'ਚ ਕੀ ਤੁਸੀਂ ਲਿਖ ਸਕਦੇ ਹੋ ਕਿ ਤੁਹਾਡਾ ਕਿੰਨਾ ਕੁ ਐਕਸਪੀਰੀਅੰਸ ਹੈ ਓਵਰਆਲ ਇਨ ਟਰਮਸ ਆਫ ਈਅਰਸ, ਰਾਈਟ? ਤੇ ਤੁਸੀਂ ਕਿਸ ਕੀ ਕਹਿੰਦੇ ਨੇ ਕਿਹੜੇ ਡੋਮੇਨਸ ਤੁਹਾਡਾ ਐਕਸਪੀਰੀਅੰਸ ਰਿਹਾ, what industry you have experience in. Just talking very briefly on that in 3 to 4 lines and that's it. ਬਸ ਅਗੇਨ ਸਾਹਮਣੇ ਵਾਲੇ ਨੂੰ ਇੱਕ ਆਈਡੀਆ ਦੇਣਾ ਆਪਾਂ ਕਿ ਬਰੀਫਲੀ ਕਿ what am I bringing on to the table in terms of my experience and skill sets, right? After which, work experience. ਹੁਣ ਤੁਸੀਂ next part ਦੇ ਵਿੱਚ ਆਪਣਾ work experience highlight ਕਰੋਗੇ. Make sure you're always going from your latest to the oldest experience, right? ਕਿ ਤੁਹਾਡਾ ਹੁਣ current ਕਿਹੜੀ ਵੀ job ਹੈ ਜਾਂ ਜਿਹੜੀ ਵੀ ਤੁਹਾਡੀ last job ਸੀਗੀ, you're always highlighting that on the top, right? Starting with the title, okay? Always make sure you're having the title coming first, followed by the company name and the location, and after that ਤੁਹਾਡਾ tenure. ਹੁਣ ਇੱਥੇ ਕੀ ਗਲਤੀਆਂ ਕਰਦੇ ਨੇ ਕਈ ਕੈਂਡੀਡੇਟਸ ਕਿ ਆਪਣਾ ਟੈਨਿਓਰ ਲਿਖਦੇ ਨਾ ਤਾਂ ਦੇ ਡੋਂਟ ਮੈਂਸ਼ਨ ਦ ਮੰਥ ਬਟ ਰਾਦਰ ਜਸਟ ਈਅਰ ਕਿ ਹਾਂ ਮੈਂ ਕੀ ਕਹਿੰਦੇ ਨੇ XYZ ਜੌਬ ਕੀਤੀ ਫਲਾਣੀ ਕੰਪਨੀ 'ਚ ਐਂਡ ਇਟ ਵਾਜ਼ ਫਰਮ 2021 ਅਪ ਅੰਟਿਲ 2023, ਰਾਈਟ? That doesn't make any sense at all.
2021 ਚ ਕਿਹੜੇ ਮਹੀਨੇ ਜੁਆਇਨ ਕੀਤੀ ਸੀ। ਨਾਓ ਆਈ ਐਮ ਨਾਟ ਸੇਇੰਗ ਕਿ ਤੁਸੀਂ ਡੇਟ ਵੀ ਲਿਖੋ, ਨੋ ਦੇयर इज नो point of writing the date, but at least let them know the month, right? ਕਿ ਤੁਸੀਂ Feb 2021 ਤੋਂ ਲੈ ਕੇ ਕੀ ਕਹਿੰਦੇ ਨੇ Jan 2023 ਤੱਕ ਇਹ ਜੌਬ ਕੀਤੀ ਹੈ, right? Just to highlight that, right? So that they get the idea like your exact experience ਕਿੰਨਾ ਕੁ ਰਿਹਾ, okay? So please make sure that never gets missed. Now comes your achievements and highlights. Now, what is achievements and highlights? Something which you might have done in your work experience and you're really proud of, and is they which you can talk about numbers, right? For example, koi sales candidate haga, this person exceeded their sales goal or sales target, ਤੇ ਕਿੰਨੇ % ਨਾਲ ਉਹਨਾਂ ਨੇ ਕੀ ਕਹਿੰਦੇ ਨੇ ਉਸ ਟਾਰਗੇਟ ਨੂੰ ਅਚੀਵ ਕੀਤਾ, ਕਿਸ ਟਾਈਮ ਦੇ ਵਿੱਚ ਕੀਤਾ, ਰਾਈਟ? ਹੈਵਿੰਗ ਦੋਜ਼ ਫੈਕਟਸ, ਹੈਵਿੰਗ ਦੋਜ਼ ਨੰਬਰਸ ਇਨ ਪਲੇਸ, right, and highlighting those as achievements is something which is again playing a big role when your resume is actually getting considered or viewed by any recruiter. So always make sure ਕਰਿਆ ਕਰੋ ਕਿ ਜਿਹੜੀ ਅਚੀਵਮੈਂਟਸ ਨੇ ਔਰ ਜਿਹੜੀਆਂ ਤੁਹਾਡੀ ਕਰੀਅਰ ਹਾਈਲਾਈਟਸ ਨੇ ਉਹਨਾਂ ਨੂੰ ਜ਼ਰੂਰ ਲਿਖੋ, ਪਰ ਨੰਬਰਸ 'ਚ ਲਿਖੋ, ਫੈਕਟਸ ਲਿਖੋ ਪਿੱਛੇ ਕਿ ਤੁਹਾਡਾ ਕਿੰਨੇ % ਤੁਸੀਂ ਟਾਰਗੇਟ ਅਚੀਵ ਕੀਤਾ, ਜਾਂ ਕਿੰਨਾ ਤੁਹਾਡਾ ਡਾਲਰ ਵੈਲਿਊ ਤੁਸੀਂ ਸੇਵ ਕੀਤੀ ਹੈ, ਜਾਂ ਤੁਸੀਂ ਕਿੰਨੀ ਐਫੀਸ਼ੀਐਂਸੀ ਜਾਂ ਪ੍ਰੋਡਕਟਿਵਿਟੀ ਵਧਾਈ ਕੰਮ ਦੇ ਉੱਤੇ, ਔਰ ਐਨੀਥਿੰਗ ਇਟ ਕੁਡ ਬੀ ਲਾਈਕ ਯੂ ਨੋ ਯੋਰ ਜੌਬ, ਰਾਈਟ? ਯੂ ਨੋ ਬੈਟਰ what you have done, so make sure that gets mentioned on your resume. Now this is bit of a debatable that if it comes after the work experience or before the work experience, right? मैं suggest करूँगी कि तुसी work experience तो पहला लिख लो ताकि you are able to impress the person who's reading your resume, but most of the people also want to highlight it after the work experience. So again, totally up to you. All my point is कि तुसी वो चीज़ highlight ज़रूर करो with numbers. After this, we're going into your background, your qualification, right? कि तुसी की पढ़ाई कीती है, कित्थों कीती है. So when you're mentioning that on your resume, make sure to write the kind of study you have done. If it's a degree, if it's a diploma, that comes first, followed by what college, university or institute you have graduated from. After that, tenure, ਤੁਹਾਡਾ ਕੀ ਲੈਂਥ ਸੀਗੀ, ਤੁਸੀਂ ਕਦੋਂ ਤੋਂ ਕਦੋਂ ਤੱਕ ਕੀ ਕਹਿੰਦੇ ਨੇ ਉਹ ਪੜ੍ਹਾਈ ਕੀਤੀ, ਕੰਪਲੀਟ ਕੀਤੀ, ਔਰ ਇਫ ਯੂ ਆਰ ਸਟਿਲ ਪਰਸੂਇੰਗ ਔਰ ਸਟਫ ਲਾਈਕ ਦੈਟ, ਮੇਕ ਸ਼ੋਰ ਦੈਟ ਗੈਟਸ ਹਾਈਲਾਈਟਡ. ਬਟ ਅਗੇਨ, ਮੰਥ ਐਂਡ ਈਅਰ ਹੈਜ਼ ਟੂ ਬੀ ਦੇਅਰ, right? You cannot just blindly say ਕਿ ਹਾਂ 2017 ਤੋਂ ਲੈ ਕੇ 19 ਤੱਕ ਕੀਤੀ. No, let them know in more detail ਕਿ ਤੁਸੀਂ ਕਿਸ ਮੰਥ ਦੇ ਈਅਰ ਤੋਂ ਕਿਸ ਮੰਥ of the year ਤੱਕ ਉਹ ਸਟੱਡੀਜ਼ ਨੂੰ ਅਕੰਪਲਿਸ਼ ਕੀਤਾ ਹੈ, ਪੂਰਾ ਕੀਤਾ. ਆਫਟਰ ਦਿਸ, ਕੀ ਸਕਿੱਲਸ ਐਂਡ ਸਰਟੀਫਿਕੇਸ਼ਨਸ, ਰਾਈਟ? ਸੋ ਯੂ ਆਲਵੇਜ਼ ਵਾਂਟ ਟੂ ਮੇਕ ਸ਼ੋਰ ਕਿ ਤੁਸੀਂ ਆਪਣੇ ਕੁਝ ਕੀ ਸਕਿੱਲਸ ਨੂੰ ਹਾਈਲਾਈਟ ਕਰੋ, ਤੇ ਜੇ ਤੁਸੀਂ ਕੋਈ ਸਰਟੀਫਿਕੇਸ਼ਨਸ ਲਈਆਂ ਨੇ ਉਹਨਾਂ ਨੂੰ ਵੀ ਤੁਸੀਂ ਹਾਈਲਾਈਟ ਕਰੋ. ਫੋਰ ਐਗਜ਼ਾਮਪਲ PMP ਕੀਤੀ ਹੈ ਕਿਸੇ ਨੇ, ਜਾਂ ਕਿਸੇ ਨੇ ਫਾਈਨੈਂਸ਼ੀਅਲ ਕੀ ਕਹਿੰਦੇ ਨੇ ਫੀਲਡ ਦੇ ਵਿੱਚ ਕੁਝ ਸਰਟੀਫਿਕੇਸ਼ਨਸ ਲੈਣੇ, whatever it is, right? If you have it, make sure you list it, right? ਕੋਈ ਲਾਇਸੈਂਸ ਲਿੱਤਾ ਤੁਸੀਂ, ਹੈ ਨਾ, ਉਸ ਚੀਜ਼ ਨੂੰ ਮੈਂਸ਼ਨ ਕਰੋ. Now when it comes down to the key skills, one thing ਜੋ ਮੈਂ ਮੇਕ ਸ਼ੋਰ ਕਰਦੀ ਹਾਂ ਕਿ ਮੈਂ ਹਰੇਕ ਨੂੰ ਦੱਸਾਂ is that ਕਿ ਉਹੀ ਸਕਿੱਲਸ ਨੂੰ ਮੈਂਸ਼ਨ ਕਰੋ ਜਿਨ੍ਹਾਂ 'ਚ ਤੁਹਾਨੂੰ ਐਕਸਪੀਰੀਅੰਸ ਹੈ, ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਕੱਲ੍ਹ ਨੂੰ ਜਦੋਂ ਤੁਹਾਨੂੰ ਇੰਟਰਵਿਊ ਦੇ ਵਿੱਚ ਉਹਦੇ ਬਾਰੇ ਕੁਐਸਚਨ ਕੀਤਾ ਜਾਵੇ. ਰੀਜ਼ਨ ਵਾਈ? ਬਿਕਾਜ਼ ਸਮਟਾਈਮਸ ਕੀ ਹੁੰਦਾ ਕਿ ਸਾਨੂੰ ਲਿਖਣਾ ਵਧੀਆ ਲੱਗਦਾ ਉੱਥੇ ਕਿ ਯਾਰ ਮੈਂ ਨੈਗੋਸ਼ੀਏਸ਼ਨ ਸਕਿੱਲਸ ਲਿਖ ਲਾਂ, ਮੈਂ ਪ੍ਰੋਬਲਮ ਸੋਲਵਿੰਗ, ਡਿਸੀਜਨ ਮੇਕਿੰਗ, ਲੀਡਰਸ਼ਿਪ, ਵਟਐਵਰ, ਰਾਈਟ? ਜੋ ਲੱਗਦਾ ਕਿ ਥੋੜਾ ਫੈਂਸੀ ਲੱਗ ਰਿਹਾ, ਲੈਟਸ ਮੇਕ ਸ਼ੋਰ ਇਟ ਗੈਟਸ ਔਨ ਟੂ ਮਾਈ ਰੈਜ਼ੂਮੇ. ਨੋ, ਦੈਟਸ ਨਾਟ the case and that should not be the case. Reason why? Because guess what, ਕਿ ਜੇ ਸਾਹਮਣੇ ਵਾਲੀ ਜੌਬ ਦੇ ਵਿੱਚ ਉਸ ਇੱਕ ਸਕਿੱਲ ਦੀ ਲੋੜ ਹੋਈ ਤੇ ਉਹ ਤੁਹਾਨੂੰ ਇੰਟਰਵਿਊ 'ਚ ਇਨਵਾਈਟ ਕਰ ਲੈਂਦੇ ਨੇ, and now they are asking you the question, right? That okay, you have negotiation skills, can you please share me one example? ਉੱਥੇ ਕੀ ਕਰੋਗੇ, right? ਇਸ ਕਰਕੇ make sure you have an example, right, with the facts and have a story to tell behind it. ਠੀਕ ਹੈ? ਤੁਸੀਂ ਹੁਣ ਸਟੋਰੀ ਆਪ ਬਿਲਡ ਅਪ ਕਰਨੀ ਹੈ, that's totally up to you, but again ਜਿਹੜਾ ਇੰਟਰਵਿਊ ਲੈ ਰਿਹਾ they'll get to know if it's a made up story or if it's actually some facts getting spitted out there, right? So always make sure that ਤੁਹਾਡੇ ਸਕਿੱਲਸ ਉਹੀ ਹਾਈਲਾਈਟ ਨੇ ਜਿਨ੍ਹਾਂ 'ਚ ਤੁਹਾਡਾ ਐਕਸਪੀਰੀਅੰਸ, ਤੇ ਤੁਸੀਂ ਐਗਜ਼ਾਮਪਲ ਦੇ ਕੇ ਉਹਨਾਂ ਤੇ ਆਰਾਮ ਨਾਲ ਖੁੱਲੇ ਦਿਲ ਨਾਲ ਕੌਨਫੀਡੈਂਟਲੀ ਗੱਲ ਕਰ ਸਕਦੇ ਹੋ.
Last but not least, but the most important, proofreading. Always and always proofread your resume. There could be any opportunity to improve some vocabulary, or ਤੁਸੀਂ grammatical ਕੋਈ mistake ਤਾਂ ਨਹੀਂ ਕੀਤੀ ਹੈਗੀ ਜਦੋਂ ਕੋਈ ਵੀ ਆਪਣੀ job experience ਬਾਰੇ ਲਿਖ ਰਹੇ ਹੋ, ਜਾਂ ਫਿਰ ਕੋਈ spelling error ਤਾਂ ਨਹੀਂ ਕੀਤੇ, right? So always proofread it 2 to 3 times and then make it as a final draft. I hope ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ. If you have any questions, anything to ask, please comment down below ਤੇ please ਇਹਨੂੰ share ਕਰੋ ਜਿਹਨੂੰ ਕਿਸੇ ਨੂੰ ਤੁਹਾਨੂੰ ਲੱਗਦਾ ਕਿ ਲੋੜ ਹੋਏਗੀ ਇਹਨੂੰ ਦੇਖਣ ਦੀ, so that they can get some little bit of help. ਤੇ like ਕਰੋ, comment ਕਰੋ, so that I get that motivation to make more such videos. ਤੇ ਜੇਕਰ ਤੁਹਾਡੇ ਕੋਲ ਕੋਈ ਵੀ suggestions ਨੇ ਕਿ ਹਾਂ ਅਸੀਂ ਇਸ topic ਤੇ ਵੀ ਹੋਰ knowledge gain ਕਰਨਾ ਚਾਹੁੰਦੇ ਹਾਂ, please do let me know, comment in the comment section ਤੇ I'll make sure ਕਿ ਮੈਂ ਉਸ ਤੇ ਵੀ video ਬਣਾਵਾਂਗੀ. But ਉਦੋਂ ਤੱਕ ਆਪਣਾ ਖਿਆਲ ਰੱਖੋ, live positive and take care. Bye.